my dear, how are you all? Hope you all are doing good. Dear students, we have already completed our 5 chapters, and today we are going to start letters. Okay, so this is a format of informal letter. ठीक है, ਤੁਹਾਡੀ ਬੁੱਕ ਜਿਹੜੀ ਸੀ ਆਪਾਂ ਜਿਹਦੇ ਚੋਂ ਆਪਾਂ ਚੈਪਟਰ ਰੀਡ ਕੀਤੇ ਸੀ ਹਨਾ, ਉਹਦੀ ਬੁੱਕ ਐਕਸਰਸਾਈਜ਼ ਦੇ ਪਿੱਛੇ ਹੀ ਇੱਕ ਚੈਪਟਰ ਦੇ ਵਿੱਚ ਹੀ ਲੈਟਰ ਫਾਰਮੈਟ ਦਿੱਤਾ ਹੋਇਆ ਹਨਾ, ਆ ਦੇਖ ਰਹੇ ਹੋ ਜਿਹੜਾ ਤੁਸੀਂ। ਠੀਕ ਹੈ, ਲੈਟਰ ਰਾਈਟਿੰਗ ਇਨਫੋਰਮਲ। ਠੀਕ ਹੈ, ਹੁਣ ਇਹ ਜਿਹੜੀ ਫਾਰਮੈਟ ਦਿੱਤਾ ਹੋਇਆ ਇਹ ਇਨਫੋਰਮਲ ਲੈਟਰ ਦਾ ਫਾਰਮੈਟ ਦਿੱਤਾ ਹੋਇਆ ਕਿ ਆਪਾਂ ਜਦੋਂ ਇਨਫੋਰਮਲ ਲੈਟਰ ਲਿਖਣੀ ਆ ਤੇ ਉਹਨੂੰ ਕਿਸ ਤਰੀਕੇ ਨਾਲ ਲਿਖਣਾ। ਠੀਕ ਹੈ, ਤੇ ਇਹਨੂੰ ਦੇਖਣ ਤੋਂ ਪਹਿਲਾਂ ਇੱਕ ਵਾਰੀ ਥੋੜਾ ਜਿਹਾ ਇਹ ਦੇਖ ਲਓ ਕਿ ਜਿਹੜੀਆਂ ਮੇਨਲੀ ਲੈਟਰਸ ਹੁੰਦੀਆਂ ਉਹ ਕਿੰਨੀਆਂ ਟਾਈਪਸ ਦੀਆਂ ਹੁੰਦੀਆਂ ਹਨਾ। ਹੁਣ ਇਹ ਹੈ ਕਿ ਇਨਫੋਰਮਲ ਤੇ ਲੈਟਰਸ ਮੇਨਲੀ 2 ਟਾਈਪਸ ਦੀਆਂ ਹੁੰਦੀਆਂ। ਠੀਕ ਹੈ, ਇੱਕ ਹੁੰਦੀ ਆ ਫਾਰਮਲ ਲੈਟਰ ਤੇ ਇੱਕ ਹੁੰਦੀ ਆ ਇਨਫੋਰਮਲ ਲੈਟਰ। ਹੁਣ ਜਿਹੜੀ ਫਾਰਮਲ ਲੈਟਰ ਹੁੰਦੀ ਆ ਹਨਾ, ਉਹ ਬੇਸਿਕਲੀ ਆਪਾਂ ਕਿਸ ਪਰਪਸ ਲਈ ਲਿਖਦੇ ਆ, ਉਹ ਬਿਜ਼ਨਸ ਪਰਪਸ ਲਈ ਹੁੰਦੀਆਂ ਜਾਂ ਫਿਰ ਪ੍ਰੋਫੈਸ਼ਨਲ ਹੁੰਦੀਆਂ। ਠੀਕ ਹੈ, ਤੇ ਨਾਲੇ ਉਹਦੀ ਜਿਹੜੀ ਲੈਂਗੁਏਜ ਹੁੰਦੀ ਆ ਨਾ ਉਹ ਸਿੰਪਲ ਹੁੰਦੀ ਆ, ਬਿਲਕੁਲ ਸਿੰਪਲ ਲੈਂਗੁਏਜ 'ਚ ਲਿਖੀਆਂ ਜਾਂਦੀਆਂ ਜਿਹੜੀਆਂ ਫਾਰਮਲ ਲੈਟਰਸ ਹੁੰਦੀਆਂ। ਠੀਕ ਹੈ, ਤੇ ਦੂਸਰੇ ਪਾਸੇ ਜਿਹੜੀ ਆਪਾਂ ਹੁਣ ਕਰਨੀ ਆ ਇਹ ਇਨਫੋਰਮਲ ਲੈਟਰ ਆ। ਠੀਕ ਹੈ, ਇਹ ਆਪਣੀ ਪਰਸਨਲ ਕਮਿਊਨੀਕੇਸ਼ਨ ਦੇ ਲਈ ਹੁੰਦੀ ਆ। ਸਪੋਜ਼ ਜਿੱਦਾਂ ਆਪਾਂ ਆਪਣੇ ਕੋਈ ਪਰਸਨਲੀ ਕਿਸੇ ਨਾਲ ਗੱਲ ਕਰਨੀ ਹੈ ਨਾ, ਜਿਹੜੇ ਆਪਣੇ ਨੋਨ ਆ ਉਹਨਾਂ ਨੂੰ ਆਪਾਂ ਲਿਖਦੇ ਹਾਂ, ਉੱਥੇ ਆਪਾਂ ਇਨਫੋਰਮਲ ਲੈਟਰ ਲਿਖਦੇ ਹਾਂ। ਅਤੇ ਜਿਹੜੀ ਇਸ ਲੈਟਰ ਨੂੰ ਲਿਖਣ ਦੀ ਟੋਨ ਹੁੰਦੀ ਉਹ ਵੀ ਇਮੋਸ਼ਨਲ ਹੁੰਦੀ ਆ। ਠੀਕ ਹੈ, ਕੈਜੂਅਲ ਟੋਨ ਹੁੰਦੀ ਆ, ਇਮੋਸ਼ਨਲ ਟੋਨ ਹੁੰਦੀ ਆ ਉਹਦੀ ਲਿਖਣ ਦੀ। ਠੀਕ ਹੈ, ਕਿਉਂਕਿ ਮੋਸਟਲੀ ਇਹ ਆਪਣੇ ਜਾਂ ਤਾਂ ਆਪਾਂ ਫੈਮਿਲੀ ਮੈਂਬਰਸ ਨੂੰ ਲਿਖਦੇ ਹਾਂ, ਠੀਕ ਹੈ, ਜਾਂ ਆਪਣੇ ਰਿਲੇਟਿਵਸ ਹੋ ਗਏ ਕੋਈ ਉਹਨਾਂ ਨੂੰ ਲਿਖਦੇ ਹਾਂ, ਜਾਂ ਫਿਰ ਫਰੈਂਡ ਸਰਕਲ 'ਚ ਜਿਹੜੇ ਆਪਣੇ ਉਹਨਾਂ ਨੂੰ ਲਿਖਦੇ ਆ ਹੈ ਨਾ। ਇਹ ਇਨਫੋਰਮਲ ਲੈਟਰਸ ਹੁੰਦੀਆਂ। ਕਲੀਅਰ ਹੋ ਗਿਆ? ਹੁਣ ਪਤਾ ਲੱਗ ਗਿਆ ਨਾ ਕਿ ਫਾਰਮਲ ਕਿਹੜੀ ਹੁੰਦੀ ਆ ਅਤੇ ਇਨਫੋਰਮਲ ਕਿਹੜੀ ਹੁੰਦੀ ਆ। ਠੀਕ ਹੈ, ਫਾਰਮਲ ਜਿਹੜੀ ਆ ਉਹ ਜਦੋਂ ਆਪਾਂ ਕੋਈ ਬਿਜ਼ਨਸ ਪਰਪਸ ਜਾਂ ਕੋਈ ਆਪਾਂ ਪ੍ਰੋਫੈਸ਼ਨਲੀ ਕਿਸੇ ਨੂੰ ਲਿਖਦੇ ਹਾਂ ਉਹ ਹੁੰਦੀ ਆ, ਅਤੇ ਜਦੋਂ ਆਪਾਂ ਕਿਸੇ ਨੂੰ ਪਰਸਨਲੀ ਆਪਣੇ ਨੋਨ ਨੂੰ ਲਿਖਣੀ ਆ ਹੈ ਨਾ, ਠੀਕ ਹੈ, ਅਤੇ ਉਦੋਂ ਆਪਾਂ ਇਨਫੋਰਮਲ ਲੈਟਰ ਲਿਖਦੇ ਹਾਂ। ਕਲੀਅਰ ਹੋ ਗਿਆ? ਅਤੇ ਇਨਫੋਰਮਲ ਲੈਟਰ ਲਿਖਣ ਤੋਂ ਪਹਿਲਾਂ ਆਪਣੇ ਥੋੜ੍ਹਾ ਜਿਹਾ ਮਾਈਂਡਸ ਦੇ ਵਿੱਚ ਹੋਰ ਚੀਜ਼ਾਂ ਵੀ ਰੱਖ ਲਓ। ਅਤੇ ਇੱਕ ਤਾਂ ਇਹੀ ਆ, ਇੱਕ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਜਿਹੜੀ ਇਹਦੀ ਟੋਨ ਹੁੰਦੀ ਉਹ ਕੈਜੂਅਲ ਹੁੰਦੀ ਆ, ਆਮ ਹੀ ਹੁੰਦੀ ਆ ਉਹ। ਠੀਕ ਹੈ, ਫਾਰਮਲ ਨਹੀਂ ਹੁੰਦੀ। ਅਤੇ ਦੂਸਰਾ ਆ ਜਾਂਦਾ ਕੰਟਰੈਕਸ਼ਨਸ। ਠੀਕ ਹੈ, ਕੰਟਰੈਕਸ਼ਨਸ ਦਾ ਮਤਲਬ ਹੁੰਦਾ ਸਪੋਜ਼ ਜਿਸ ਤਰ੍ਹਾਂ ਆਪਾਂ ਵਿੱਚ ਕੋਈ ਲਾਈਨ ਲਿਖੀ ਆ ਆਈ ਹੈਵ ਨੋਟ ਹੈ ਨਾ, ਅਤੇ ਉਹਨੂੰ ਆਪਾਂ ਆਈ ਹੈਵ ਨੋਟ ਲਿਖਣ ਦੀ ਬਜਾਏ ਜੇ ਆਪਾਂ ਅਪੋਸਟ੍ਰੋਫੀ ਯੂਜ਼ ਕਰਕੇ ਲਿਖਦੇ ਹਾਂ ਜਿਸ ਤਰ੍ਹਾਂ ਆਈ ਹੈਵਨਟ, ਠੀਕ ਹੈ, ਉਹ ਜ਼ਿਆਦਾ ਬੈਟਰ ਹੁੰਦਾ ਜੇ ਆਪਾਂ ਉਹਨੂੰ ਕੰਟਰੈਕਸ਼ਨ ਦੇ ਬੇਸਿਸ 'ਤੇ ਲਿਖਦੇ ਹਾਂ। ਠੀਕ ਹੈ, ਇੱਕ ਹੋਰ ਚੀਜ਼ ਇਹ ਮਾਈਂਡ 'ਚ ਰੱਖ ਸਕਦੇ ਹਾਂ ਕਿ ਇਹਦੇ 'ਚ ਆਪਾਂ ਐਕਸਕਲੇਮੇਟਰੀ ਸੈਂਟੈਂਸ ਵੀ ਯੂਜ਼ ਕਰਦੇ ਹਾਂ। ਠੀਕ ਹੈ, ਐਕਸਕਲੇਮੇਸ਼ਨ ਵਾਲੇ ਸੈਂਟੈਂਸ ਯੂਜ਼ ਕਰਦੇ ਹਾਂ। ਠੀਕ ਹੈ, ਅਤੇ ਨਾਲ ਇਹਨੂੰ ਆਪਾਂ ਜਦੋਂ ਲਿਖਦੇ ਹਾਂ ਆਪਾਂ ਇਹਨੂੰ ਐਕਟਿਵ ਵੋਇਸ ਲਿਖਦੇ ਹਾਂ। ਠੀਕ ਹੈ, ਐਕਟਿਵ ਵੋਇਸ ਦੇ ਵਿੱਚ ਲਿਖੀ ਜਾਂਦੀ ਹੈ ਇਹ ਇਨਫੋਰਮਲ ਲੈਟਰ। ਠੀਕ ਹੈ, ਅਤੇ ਜਿਹੜਾ ਇਹਦਾ ਬੋਡੀ ਹੁੰਦੀ ਆ ਹੈ ਨਾ, ਉਹਦਾ ਕੋਈ ਸਟ੍ਰਿਕਟ ਰੂਲ ਨਹੀਂ ਹੁੰਦਾ ਵੀ ਉਹਦੇ 'ਚ ਆਪਾਂ 1 ਪੈਰਾ ਲਿਖਣਾ ਜਾਂ 2 ਲਿਖਣੇ ਆ ਜਾਂ 3 ਲਿਖਣਾ। ਠੀਕ ਹੈ, ਉਹ ਮਤਲਬ ਡਿਪੈਂਡ ਕਰਦਾ ਵੀ ਆਪਾਂ ਉਹਨੂੰ ਕਿੰਨਾ ਕੁ ਲੈਂਥੀ ਲਿਖਣਾ। ਠੀਕ ਹੈ, ਅਤੇ ਇਹ ਤਾਂ ਬੇਸਿਕ ਗੱਲਾਂ ਸੀ। ਬਾਕੀ ਹੁਣ ਤੁਸੀਂ ਆਪਣੀ ਬੁੱਕ ਦੇ ਅਕੋਰਡਿੰਗ ਵੀ ਇੱਕ ਵਾਰੀ ਫੋਰਮੈਟ ਦੇਖ ਲਓ ਜਿਹੜਾ ਤੁਹਾਨੂੰ ਬੁੱਕ ਦੇ ਵਿੱਚ ਹੀ ਦਿੱਤਾ ਹੋਇਆ। ਠੀਕ ਹੈ, ਆ ਦੇਖੋ, ਸਭ ਤੋਂ ਪਹਿਲਾਂ ਲੈਟਰ ਰਾਈਟਿੰਗ ਇਨਫੋਰਮਲ। ਰਾਈਟ ਅ ਲੈਟਰ ਇਜ਼ ਐਨ ਆਰਟ ਹੈ ਨਾ, ਕਿ ਜਿਹੜੀ ਲੈਟਰ ਲਿਖਣੀ ਉਹ ਵੀ ਇੱਕ ਕਲਾ ਆ। ਇਟ ਹੈਜ਼ ਅ ਸੈਟ ਫੋਰਮੈਟ ਦੈਟ ਮਸਟ ਬੀ ਫੋਲੋਡ। ਅਤੇ ਇਹਦੇ ਲਈ ਵੀ ਇੱਕ ਫੋਰਮੈਟ ਹੁੰਦਾ ਪਹਿਲਾਂ ਹੀ ਬਣਿਆ ਹੋਇਆ ਜਿਹਦੇ ਅਕੋਰਡਿੰਗ ਆਪਾਂ ਮਾਈਂਡ 'ਚ ਰੱਖ ਕੇ ਜਿਹਨੂੰ ਆਪਾਂ ਲੈਟਰ ਲਿਖਦੇ ਹਾਂ। ਠੀਕ ਹੈ, ਆਪਾਂ ਨੂੰ ਉਹਨੂੰ ਫੋਲੋ ਕਰਨਾ ਪੈਂਦਾ। ਗਿਵਨ ਬਿਲੋ ਇਜ਼ ਦਾ ਫੋਰਮੈਟ। ਅਤੇ ਆਹ ਨੀਚੇ ਤੁਹਾਨੂੰ ਫੋਰਮੈਟ ਦਿੱਤਾ ਹੋਇਆ, ਇਹਦੇ ਅਕੋਰਡਿੰਗ ਹੀ ਆਪਾਂ ਲੈਟਰ ਜਿਹੜੀ ਆ ਇਨਫੋਰਮਲ ਲੈਟਰ ਉਹ ਲਿਖਣੀ ਹੁੰਦੀ ਹੈ। ਠੀਕ ਹੈ, ਦੇਖੋ ਸਭ ਤੋਂ ਪਹਿਲਾਂ ਕੀ ਆ ਗਿਆ, ਐਡਰੈਸ ਆਫ ਦਾ ਰਾਈਟਰ। ਠੀਕ ਹੈ, ਹੁਣ ਰਾਈਟਰ ਇੱਥੇ ਕੌਣ ਆ, ਜਿਹਨੇ ਲੈਟਰ ਲਿਖਣੀ ਆ ਹੈ ਨਾ, ਉਹ। ਠੀਕ ਹੈ, ਇੱਧਰ ਹੁਣ ਤੁਸੀਂ ਦੇਖ ਲਓ, ਦੇਖੋ ਸਭ ਤੋਂ ਪਹਿਲਾਂ ਇੱਥੇ ਕੀ ਆ ਗਿਆ, ਐਡਰੈਸ ਆਫ ਦਾ ਰਾਈਟਰ ਲੈਫਟ ਸਾਈਡ 'ਤੇ ਹੈ ਨਾ, ਕਿ ਤੁਸੀਂ ਜਿੱਥੋਂ ਤੁਸੀਂ ਲਿਖ ਰਹੇ ਆ ਹੈ ਨਾ ਉੱਥੋਂ ਦਾ ਐਡਰੈਸ ਪਹਿਲਾਂ ਮੈਂਸ਼ਨ ਕਰ ਦਿਓ ਸਭ ਤੋਂ ਪਹਿਲਾਂ ਲੈਫਟ ਹੈਂਡ ਸਾਈਡ 'ਤੇ। ਠੀਕ ਹੈ, ਉਸ ਤੋਂ ਬਾਅਦ ਉਸ ਤੋਂ ਨੀਚੇ ਤੁਸੀਂ ਕੀ ਲਿਖਣੀ ਆ, ਡੇਟ। ਜਿਸ ਦਿਨ ਤੁਸੀਂ ਲੈਟਰ ਲਿਖੀ ਓਬਵੀਅਸਲੀ ਉਸੇ ਦਿਨ ਦੀ ਕੀ ਲਿਖੋਗੇ, ਡੇਟ। ਠੀਕ ਹੈ, ਡੇਟ ਚਾਹੇ ਤਰੀਕੇ ਨਾਲ ਲਿਖ ਦਿਓ ਜਿਸ ਤਰ੍ਹਾਂ ਇੱਥੇ ਲਿਖੀ ਹੋਈ ਹੈ 14 ਮਈ ਹੈ ਨਾ 2016। ਸਪੋਜ਼ ਅੱਜ ਹੈਗੀ ਆ 23 ਹੈ ਨਾ, ਤਾਂ ਤੁਸੀਂ ਲਿਖ ਸਕਦੇ ਹੋ 23 ਪਾ ਕੇ ਮਈ, ਫਿਰ 2020 ਹੈ ਨਾ 2020। ਅਤੇ ਜਾਂ ਫਿਰ ਆਪਾਂ ਮੋਸਟ ਲਿਖ ਦਿੰਦੇ ਹਾਂ ਆਪਾਂ 14
लिख के 14th May जिस तरह लिखा होया तो उस तो बाद ईयर लिख दिंदे आ पिछे। ओके नैक्सट देखो, हाँ जी उस तो बाद आ गया तुहाडा इत्थे वैसे आउंदा हुंदा सैल्यूटेशन, ठीक है। इस तो बाद सैल्यूटेशन का मतलब हुंदा भी आपां किहनूं संबोधन करके लिख रहे हैं, है ना, लैटर मतलब आपां किस नूं लिख रहे हैं उहदा लिख दिंदे भी माई डियर फादर ਜਾਂ ਮਾਈ ਡੀਅਰ ਮਦਰ ਜਾਂ ਮਾਈ ਡੀਅਰ ਬ੍ਰਦਰ ਜਾਂ ਜੋ ਜਿਹਨੂੰ ਵੀ ਆਪਾਂ ਲਿਖਦੇ ਉਹਨੂੰ ਸੈਲੂਟੇਸ਼ਨ ਕਹਿੰਦੇ। ਇੱਥੇ ਉਹ ਆਉਂਦਾ। ਉਸ ਤੋਂ ਬਾਅਦ ਆਪਾਂ ਲਿਖਦੇ ਹਾਂ ਬੋਡੀ ਆਫ ਦ ਲੈਟਰ, ਠੀਕ ਹੈ। ਬੋਡੀ ਆਫ ਦ ਲੈਟਰ ਜਿਹੜਾ ਉਹ ਮੇਨ ਪੋਰਸ਼ਨ ਆ ਗਿਆ, ਠੀਕ ਹੈ। ਉਹਦੇ 'ਚ ਸਭ ਤੋਂ ਪਹਿਲਾਂ ਇੰਟਰੋਡਕਸ਼ਨ 'ਚ ਆਪਾਂ ਲਿਖਣਾ ਹੁੰਦਾ ਵੀ ਆਪਾਂ ਨੂੰ ਲੈਟਰ ਲਿਖਣ ਦਾ ਪਰਪਸ ਕੀ ਆ, ਕਿਸ ਪਰਪਸ ਦੇ ਲਈ ਆਪਾਂ ਲੈਟਰ ਲਿਖ ਰਹੇ ਹਾਂ, ਠੀਕ ਹੈ। ਉਸ ਤੋਂ ਬਾਅਦ ਇਹਨਾਂ ਨੇ ਲਿਖਿਆ ਵੀ ਸੈਕਿੰਡ ਪੈਰਾ ਕੰਟੇਨਸ ਅ ਲੌਂਗ ਡਿਸਕ੍ਰਿਪਸ਼ਨ, ਇੱਧਰ ਦੇਖ ਲਓ, ਠੀਕ ਹੈ। ਲੌਂਗ ਡਿਸਕ੍ਰਿਪਸ਼ਨ ਦਾ ਮਤਲਬ ਜੋ ਆਪਾਂ ਪਰਪਸ ਲਈ ਲਿਖਣਾ ਉਹਨੂੰ ਡਿਟੇਲ 'ਚ ਲਿਖ ਦੇਣਾ ਇੱਥੇ ਵੀ ਕਿਸ ਪਰਪਸ ਲਈ ਆਪਾਂ ਉੱਪਰ ਮਤਲਬ ਇੰਟਰੋਡਿਊਸ ਕੀਤਾ ਸੀ ਨਾ ਲੈਟਰ ਜਦੋਂ, ਉਸ ਤੋਂ ਬਾਅਦ ਇਹਦੇ 'ਚ ਆਪਾਂ ਉਹਦੀ ਸਾਰੀ ਡਿਟੇਲ ਲਿਖ ਦੇਣੀ ਹੁੰਦੀ ਆ, ਠੀਕ ਹੈ। ਉਸ ਤੋਂ ਬਾਅਦ ਇਹਨਾਂ ਨੇ ਦੱਸਿਆ ਵੀ ਥਰਡ ਪੈਰਾ ਜਿਹੜਾ ਉਹਦੇ 'ਚ ਕਨਕਲੂਜਨ ਜਾਂ ਐਂਡ ਆਫ ਲੈਟਰ, ਠੀਕ ਹੈ, ਵੀ ਲਾਸਟ ਦੇ ਵਿੱਚ ਸਮਰਾਈਜ਼ ਕਰ ਦੇਣਾ ਸਾਰੀ ਚੀਜ਼ ਨੂੰ ਦੁਬਾਰਾ ਤੋਂ 1-2 ਲਾਈਨਾਂ 'ਚ, ਠੀਕ ਹੈ। ਅਤੇ ਉਸ ਤੋਂ ਬਾਅਦ ਲੈਟਰ ਜਿਹੜੀ ਉਹਦੀ ਐਂਡਿੰਗ ਹੋ ਜਾਂਦੀ ਆ, ਹੈ ਨਾ, ਹਾਂਜੀ। ਉਸ ਤੋਂ ਬਾਅਦ ਲਾਸਟ ਨੀਚੇ ਆ ਗਿਆ ਦੇਖੋ ਸਬਸਕ੍ਰਿਪਸ਼ਨ ਇਨਕਲੂਡਿੰਗ ਰਾਈਟਰਸ ਨੇਮ, ਠੀਕ ਹੈ। ਹੁਣ ਇੱਥੇ ਕੀ ਆ ਤੁਸੀਂ ਆ ਕੇ ਲਿਖੋਗੇ ਸਬਸਕ੍ਰਿਪਸ਼ਨ ਦੇ ਵਿੱਚ, ਹੈ ਨਾ, ਯੋਰਸ ਲਵਿੰਗਲੀ, ਹੈ ਨਾ, ਲਿਖ ਸਕਦੇ ਇੱਥੇ ਯੋਰਸ ਲਵਿੰਗਲੀ। ਉਸ ਤੋਂ ਬਾਅਦ ਤੁਹਾਡਾ ਕੀ ਆ ਗਿਆ ਨੀਚੇ ਨੇਮ, ਠੀਕ ਹੈ। ਰਾਈਟਰ ਮੀਨਸ ਤੁਸੀਂ ਲਿਖੀਏ ਲੈਟਰ ਤਾਂ ਤੁਹਾਡਾ ਥੱਲੇ ਨੇਮ ਆ ਗਿਆ। ਸਮਝ ਆ ਗਈ? ਇਹ ਸੀ ਤੁਹਾਡੇ ਲੈਟਰ ਦਾ ਫਾਰਮੈਟ। ਆ ਦੇਖੋ ਹੁਣ ਤੁਹਾਡੀ ਨੀਚੇ ਹੀ ਹੈਗੀ ਐਕਟੀਵਿਟੀ ਦਿੱਤੀ ਹੋਈ ਹੈ। ਐਕਟੀਵਿਟੀ 15 ਰਾਈਟ ਅ ਲੈਟਰ ਟੂ ਯਰ ਅੰਕਲ ਥੈਂਕਿੰਗ ਹਿਮ ਫॉर द ਬਿਊਟੀਫੁਲ ਗਿਫਟ ਹੀ ਹੈਜ਼ ਸੈਂਟ ਟੂ ਯੂ। ਹੁਣ ਤੁਸੀਂ ਆਪਣੇ ਅੰਕਲ ਨੂੰ ਲੈਟਰ ਲਿਖਣੀ ਆ, ਠੀਕ ਹੈ। ਅੰਕਲ ਕੋਈ ਵੀ ਹੋ ਸਕਦੇ, ਤੁਹਾਡੇ ਚਾਚਾ ਵੀ ਹੋ ਸਕਦੇ ਆ, ਤਾਇਆ ਜੀ ਵੀ ਹੋ ਸਕਦੇ ਆ, ਮਾਮਾ ਜੀ ਵੀ ਹੋ ਸਕਦੇ ਆ, ਹੈ ਨਾ, ਮਾਸੜ ਜੀ ਵੀ ਹੋ ਸਕਦੇ ਆ, ਹੈ ਨਾ। ਅਤੇ ਉਹਨਾਂ ਨੂੰ ਤੁਸੀਂ ਲੈਟਰ ਲਿਖਣੀ ਆ ਵੀ ਜਿਹੜਾ ਤੁਹਾਨੂੰ ਉਹਨਾਂ ਨੇ ਗਿਫਟ ਭੇਜਿਆ ਉਹਦੇ ਬਦਲੇ ਤੁਸੀਂ ਥੈਂਕਸ ਕਰਨ ਦੇ ਲਈ ਉਹਨਾਂ ਨੂੰ ਲੈਟਰ ਲਿਖਣੀ ਆ। ਹਾਂਜੀ ਹੁਣ ਇੱਕ ਚੀਜ਼ ਤਾਂ ਤੁਹਾਨੂੰ ਕਲੀਅਰ ਹੋ ਗਈ ਨਾ ਇਹ ਵੀ ਜੇ ਕੋਈ ਪੁੱਛਦਾ ਵੀ ਫਾਰਮਲ ਲੈਟਰ ਕਿਹੜੀ ਹੁੰਦੀ ਆ ਤਾਂ ਤੁਸੀਂ ਦੱਸ ਸਕਦੇ ਵੀ ਫਾਰਮਲ ਕਿਹੜੀਆਂ ਹੁੰਦੀਆਂ। ਅਤੇ ਇਹ ਪੁੱਛਦਾ ਕੋਈ ਕਿ ਆਹ ਜਿਹੜੀ ਦਿੱਤੀ ਹੋਈ ਐਗਜ਼ਾਮਪਲ ਇਹ ਕਿਹੜੀ ਐਗਜ਼ਾਮਪਲ ਹੈ, ਇਹ ਇਨਫੋਰਮਲ ਲੈਟਰ ਦੀ ਐਗਜ਼ਾਮਪਲ ਹੈ ਕਿਉਂਕਿ ਇਹ ਆਪਾਂ ਆਪਣੇ ਅੰਕਲ ਨੂੰ ਲਿਖ ਰਹੇ ਹਾਂ, ਹੈ ਨਾ, ਜਿਹੜੇ ਆਪਣੇ ਪਰਸਨਲ ਹੁੰਦੇ ਆ, ਹੈ ਨਾ, ਉਹਨਾਂ ਨੂੰ ਲਿਖ ਰਹੇ ਹਾਂ, ਠੀਕ ਹੈ। ਹੁਣ ਆਪਾਂ ਇੱਕ ਵਾਰੀ ਇਹ ਲੈਟਰ ਦੇਖ ਲੈਂਦੇ ਹਾਂ ਕਿਸ ਤਰ੍ਹਾਂ ਲਿਖਣੀ ਆ। ਓਕੇ ਹਾਂਜੀ ਬੇਟਾ ਆਹ ਦੇਖੋ ਇਹ ਸੀ ਹੁਣ ਤੁਹਾਡੀ ਲੈਟਰ, ਹੈ ਨਾ, ਜਿਹੜੀ ਤੁਹਾਡੇ ਸਿਲੇਬਸ 'ਚ ਹੈਗੀ ਆ। ਅਤੇ ਸਭ ਤੋਂ ਉੱਪਰ ਦੇਖੋ, ਸਭ ਤੋਂ ਉੱਪਰ ਤੁਸੀਂ ਐਡਰੈਸ ਲਿਖ ਦਿਓ। ਮੈਂ ਇੱਥੇ ਵੈਸੇ ਲਿਖਤਾ ਅਰਬਨ ਐਸਟੇਟ ਜਲੰਧਰ, ਠੀਕ ਹੈ। ਤੁਸੀਂ ਇੱਥੇ ਆਪਣਾ ਐਡਰੈਸ ਲਿਖ ਸਕਦੇ ਆ, ਰਾਈਟ, ਜਿੱਥੇ ਤੁਸੀਂ ਹੈਗੇ ਆ ਉਹ। ਉਸ ਤੋਂ ਬਾਅਦ ਆ ਗਿਆ ਨੀਚੇ ਹੀ ਡੇਟ, ਹੈ ਨਾ। ਹੁਣ ਡੇਟ ਦੇ ਲਈ ਚਾਹੇ ਤੁਸੀਂ ਇੱਥੇ ਸਿੰਪਲੀ ਡੇਟ ਤੋਂ ਹੀ ਸਟਾਰਟ ਕਰ ਦਿਓ, ਜਿਸ ਤਰ੍ਹਾਂ ਅੱਜ ਲਿਖਿਆ ਹੋਇਆ May 23, 2020, ਹੈ ਨਾ। ਔਰ ਚਾਹੇ ਅੱਗੇ ਡੇਟਡ ਨਾ ਲਿਖੋ, ਸਿੰਪਲੀ ਡੇਟ ਵੈਸੀ ਡੇਟ ਲਿਖ ਦਿਓ, ਮੈਂਸ਼ਨ ਕਰ ਦਿਓ ਇੱਥੇ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਮਾਈ ਡੀਅਰ ਅੰਕਲ, ਠੀਕ ਹੈ। ਸੈਲੂਟੇਸ਼ਨ ਆ ਗਈ ਕਿ ਆਪਾਂ ਕਿਹਨਾਂ ਨੂੰ ਲਿਖ ਰਹੇ ਹਾਂ, ਠੀਕ ਹੈ, ਮੇਰੇ ਪਿਆਰੇ ਅੰਕਲ, ਠੀਕ ਹੈ, ਜਾਂ ਚਾਚਾ ਜੀ। I received your letter and gift that you have sent me on my birthday, ਕਿ ਮੈਨੂੰ ਤੁਹਾਡੀ ਚਿੱਠੀ ਮਿਲੀ ਅਤੇ ਨਾਲ ਹੀ ਤੋਹਫਾ ਵੀ ਮਿਲਿਆ ਜਿਹੜਾ ਤੁਸੀਂ ਮੈਨੂੰ ਮੇਰੇ ਜਨਮ ਦਿਨ 'ਤੇ ਭੇਜਿਆ ਸੀ, ਹੈ ਨਾ। I have surprised and very happy to see my birthday gift, ਅਤੇ ਮੈਨੂੰ ਬਹੁਤ ਜ਼ਿਆਦਾ ਹੈਰਾਨੀ ਵੀ ਹੋਈ ਅਤੇ ਖੁਸ਼ੀ ਵੀ ਹੋਈ ਜਦੋਂ ਮੈਂ ਆਪਣਾ ਬਰਥਡੇ ਗਿਫਟ ਦੇਖਿਆ। The wristwatch that you have sent looks very beautiful, ਜਿਹੜਾ ਗਿਫਟ ਤੁਸੀਂ ਮੈਨੂੰ ਭੇਜਿਆ ਘੜੀ ਦਾ, ਹੈ ਨਾ, ਉਹ ਬਹੁਤ ਜ਼ਿਆਦਾ ਸੁੰਦਰ ਆ। All my friends have liked it very much, ਅਤੇ ਮੇਰੀਆਂ ਸਾਰੇ ਫਰੈਂਡਸ ਨੇ ਇਹਨੂੰ ਬਹੁਤ ਪਸੰਦ ਕੀਤਾ। Dear uncle, I was badly in need of a watch, ਕਿ ਪਿਆਰੇ ਅੰਕਲ, ਪਿਆਰੇ ਚਾਚਾ ਜੀ, ਮੈਨੂੰ ਇਸ ਘੜੀ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ। I was often late for school and I had to pay some fine every month, ਅਤੇ ਮੈਂ ਅਕਸਰ ਸਕੂਲ 'ਚ ਲੇਟ ਹੋ ਜਾਂਦੇ ਸੀ ਜਾਣ ਲਈ, ਹੈ ਨਾ, ਅਤੇ ਇਹਦੇ ਕਰਕੇ ਮੈਨੂੰ ਹਰ ਮਹੀਨੇ ਫਾਈਨ ਦੇਣਾ ਪੈਂਦਾ ਸੀ। I am sure this watch will prove useful to me, ਅਤੇ ਮੈਨੂੰ ਪੂਰਾ ਯਕੀਨ ਆ ਕਿ ਇਹ ਘੜੀ ਮੇਰੇ ਲਈ ਲਾਭਦਾਇਕ ਸਿੱਧ ਹੋਵੇਗੀ। It will stand me in good stead during the examination days, ਅਤੇ ਇਹ ਮੇਰੇ ਪੇਪਰਾਂ ਦੇ ਦਿਨਾਂ ਦੇ ਵਿੱਚ ਵੀ ਮੇਰੇ ਲਈ ਚੰਗੀ ਸਥਿਤੀ ਮਤਲਬ ਸਾਬਿਤ ਹੋਏਗੀ, ਠੀਕ ਹੈ, ਵੀ ਮੇਰੀ ਹੈਲਪ ਕਰੇਗੀ ਮੇਰੇ ਪੇਪਰਾਂ ਦੇ ਦਿਨਾਂ 'ਚ ਵੀ। I shall keep it with care as a token of love for me, ਅਤੇ ਮੈਂ ਵੀ ਇਹਦੀ ਚੰਗੀ ਤਰ੍ਹਾਂ
ਦੇਖਭਾਲ ਕਰਾਂਗਾ, ਠੀਕ ਹੈ, ਇਹਨੂੰ ਸੰਭਾਲ ਕੇ ਰੱਖਾਂਗਾ ਕਿਉਂਕਿ ਇਹ ਤੁਸੀਂ ਮੈਨੂੰ ਪਿਆਰ ਦੇ ਵਜੋਂ ਭੇਜਿਆ ਹੈ ਨਾ। I once again thank you for this nice present। ਤੇ ਇੱਕ ਵਾਰੀ ਫਿਰ ਮੈਂ ਤੁਹਾਡਾ ਬਹੁਤ ਬਹੁਤ ਇਸ ਵਧੀਆ ਤੋਹਫੇ ਲਈ ਧੰਨਵਾਦ ਕਰਦਾ ਹਾਂ। ਪਲੀਜ਼ ਗਿਵ ਮਾਈ ਕਾਈਂਡ ਰਿਗਾਰਡ ਟੂ ਆਂਟ। ਕਿਰਪਾ ਕਰਕੇ ਚਾਚੀ ਜੀ ਨੂੰ ਮੇਰੇ ਵੱਲੋਂ ਸਤਿਕਾਰ ਦੇਣਾ। ਯੋਰ ਲਵਿੰਗ ਨੈਫਿਊ, ਤੁਹਾਡਾ ਪਿਆਰਾ ਭਤੀਜਾ। ਨੀਚੇ ਤੁਸੀਂ ਆਪਣਾ ਨੇਮ ਲਿਖ ਦਿਓ, ਜਿਸ ਤਰ੍ਹਾਂ ਇੱਥੇ ਪ੍ਰਦੀਪ ਸਿੰਘ ਲਿਖਿਆ ਹੋਇਆ, ਠੀਕ ਹੈ, ਅਤੇ ਆਪਣਾ ਨੀਚੇ ਨੇਮ ਲਿਖ ਦਿਓ। ਜੇ ਤੁਸੀਂ ਗਰਲ ਆ ਤਾਂ ਨੈਫਿਊ ਦੀ ਜਗ੍ਹਾ ਨੀਸ ਲਿਖ ਦਿਓ, ਠੀਕ ਹੈ, ਅਤੇ ਨੀਚੇ ਆਪਣਾ ਨੇਮ ਮੈਂਸ਼ਨ ਕਰ ਦਿਓ, ਠੀਕ ਹੈ। ਇਹ ਹੁਣ ਆਪਾਂ ਇਹ 'ਚੋਂ ਮੇਨ ਜਿਹੜੇ ਵਰਡਸ ਆਏ ਆ ਉਹਨਾਂ ਦੀ ਦੇਖ ਲਈਏ ਇੱਕ ਵਾਰੀ ਪੰਜਾਬੀ। ਆਹ ਦੇਖੋ, ਸਭ ਤੋਂ ਪਹਿਲਾਂ ਕੀ ਸੀ? ਰਿਸੀਵਡ। ਰਿਸੀਵ ਦਾ ਮਤਲਬ ਪ੍ਰਾਪਤ ਕੀਤਾ, ਹੈ ਨਾ। ਉਸ ਤੋਂ ਬਾਅਦ ਆ ਗਿਆ ਸੈਂਟ, ਭੇਜਿਆ, ਠੀਕ ਹੈ। ਸਰਪ੍ਰਾਈਜ਼ਡ, ਹੈਰਾਨ ਹੋਇਆ। ਦੈਨ ਆ ਗਿਆ ਤੁਹਾਡਾ ਬਿਊਟੀਫੁਲ, ਸੁੰਦਰ। ਲਾਈਕਡ, ਪਸੰਦ ਕੀਤਾ। ਨੀਡ, ਜ਼ਰੂਰਤ। ਓਫਨ, ਅਕਸਰ, ਠੀਕ ਹੈ। ਉਸ ਤੋਂ ਬਾਅਦ ਕਰ ਲਓ ਯੂਜ਼ਫੁਲ, ਲਾਭਦਾਇਕ, ਹੈ ਨਾ। ਕੇਅਰ, ਧਿਆਨ ਨਾਲ, ਠੀਕ ਹੈ। ਓਕੇ, ਅੱਗੇ ਆ ਗਿਆ ਰਿਗਾਰਡਸ, ਸਤਿਕਾਰ। ਨੈਫਿਊ, ਭਤੀਜਾ। ਜੇ ਨੀਸ ਆ ਤਾਂ ਇੱਥੇ ਨੀਸ ਲਿਖ ਦਿਓ, ਹੈ ਨਾ, ਠੀਕ ਹੈ। ਸੋ ਇਹ ਸੀ ਤੁਹਾਡੀ ਲੈਟਰ, ਅਤੇ ਆਈ ਹੋਪ ਕਿ ਤੁਹਾਨੂੰ ਸਮਝ ਆ ਗਈ ਆ, ਹੈ ਨਾ। ਤੁਹਾਨੂੰ ਡਿਫਰੈਂਸ ਪਤਾ ਲੱਗ ਗਿਆ ਕਿ ਫਾਰਮਲ ਅਤੇ ਇਨਫੋਰਮਲ ਲੈਟਰ ਦਾ ਡਿਫਰੈਂਸ ਕੀ ਹੁੰਦਾ, ਠੀਕ ਹੈ। ਅਤੇ ਤੁਸੀਂ ਈਜ਼ੀਲੀ ਲੈਟਰ ਜਿਹੜੀ ਆ ਉਹ ਲਿਖ ਸਕਦੇ ਆ। ਹੁਣ ਇਹਨੂੰ ਤੁਸੀਂ ਪਹਿਲਾਂ ਆਪਣੀਆਂ ਫੇਰ ਕਾਪੀਜ਼ ਦੇ ਉੱਤੇ ਨੋਟ ਡਾਊਨ ਕਰ ਲਓ, ਠੀਕ ਹੈ। ਜਿਹੜੇ ਡਿਫੀਕਲਟ ਲੱਗਦੇ ਵਰਡਸ ਵਿੱਚ ਉਹਨੂੰ ਲਰਨ ਕਰ ਲਓ ਪਹਿਲਾਂ, ਉਸ ਤੋਂ ਬਾਅਦ ਫਿਰ ਇਹਨੂੰ ਯਾਦ ਕਰ ਲਓ, ਠੀਕ ਹੈ। ਅਤੇ ਹੁਣ ਆਪਾਂ ਇਸ ਤੋਂ ਪਹਿਲਾਂ 5 ਚੈਪਟਰਸ ਆਲਰੇਡੀ ਕਰ ਚੁੱਕੇ ਹਾਂ ਤੁਹਾਡੀ ਕਲਾਸ ਦੇ, ਅਤੇ ਜੇ ਤੁਸੀਂ ਅਜੇ ਤੱਕ ਉਹ ਵੀ ਵੀਡੀਓ ਲੈਸਨ ਨਹੀਂ ਦੇਖੇ ਉਹ ਦੇਖ ਲਓ, ਠੀਕ ਹੈ। ਉਸ ਤੋਂ ਬਾਅਦ ਉਹਦੀਆਂ ਵੀ ਐਕਸਰਸਾਈਜ਼ਿਸ ਕਰ ਲਓ, ਅਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਅਤੇ ਆਪਣੇ ਫਰੈਂਡਸ ਦੇ ਨਾਲ ਤੁਸੀਂ ਇਹਨੂੰ ਸ਼ੇਅਰ ਕਰ ਸਕਦੇ ਆ। ਓਕੇ, ਆਲ ਦ ਵੈਰੀ ਬੈਸਟ। ਸਟੇ ਹੋਮ, stay safe and keep learning. Thank you so much. God bless you.